ਅੱਧੀ ਅੱਧੀ ਰਾਤੀ ਤੈਨੂੰ ਯਾਦ ਆ ਠਾਹੂ ਮੇਰੀ ਆਖੂਗੀ ਕਿ ਉੱਠ ਕੇ ਤੂੰ ਰੋ ਚੱਲੀਏ। ਭੱਜ ਲੈ ਨੀ ਜਿੱਥੇ ਤੱਕ ਭੱਜਿਆ ਏ ਜਾਂਦਾ ਤੈਥੋਂ, ਭੱਜ ਲੈ ਨੀ ਜਿੱਥੇ ਤੱਕ ਭੱਜਿਆ ਏ ਜਾਂਦਾ, ਪਰ ਜੀ ਨਾ ਸਕੇਂਗੀ ਵਾਦਾ ਰੇਹਾਂ ਵੱਲੀਏ। ਅੱਧੀ ਅੱਧੀ ਰਾਤੀ ਤੈਨੂੰ ਯਾਦ ਆ ਠਾਹੂ ਮੇਰੀ ਆਖੂਗੀ ਕਿ ਉੱਠ ਕੇ ਤੂੰ ਰੋ ਚੱਲੀਏ। ਮੇਰੀ ਵਾਈਫ ਪ੍ਰੈਗਨੈਂਟ ਹੋਈ ਤੇ ਪਹਿਲਾਂ 2 ਜੋੜੇ ਲੜਕੇ ਹੋਏ ਤੇ ਉਹਨਾਂ ਦੀ ਡੈਥ ਹੋ ਗਈ। ਉਸ ਤੋਂ ਬਾਅਦ ਮੇਰੇ ਦਿਮਾਗ ਦੇ ਉੱਤੇ ਬੜੀ ਟੈਨਸ਼ਨ ਆਪਾਂ ਤੇ ਹੁਣ ਕਲਾਕਾਰ ਇਦਾਂ ਦੇ ਵੀ ਫੁੱਲ ਵੀ ਆਪਾਂ ਨਹੀਂ ਤੋੜਦੇ ਵੀ ਉਹਦੇ ਵਿੱਚ ਵੀ ਆਪਾਂ ਇਹ ਸਮੇਂ ਦੇ ਵਿੱਚ ਜਾਣ ਆ। 3 ਮੁੰਡੇ ਹੋਰ ਮਤਲਬ ਕੱਲੇ ਹੋ ਕੇ ਮਤਲਬ ਡੈਥ ਹੋ ਗਈ ਉਹਨਾਂ ਦੀ, ਤੇ ਉਸ ਤੋਂ ਬਾਅਦ ਇੱਕ ਲੜਕੀ ਉਹਦੀ ਵੀ ਡੈਥ ਹੋ ਗਈ। ਤੇ ਫਿਰ ਮੇਰੇ ਕਾਫੀ ਦਿਮਾਗ ਤੇ ਟੈਨਸ਼ਨ ਰਹਿਣ ਲੱਗ ਪਈ ਜੀ। ਫਿਰ ਮੇਰਾ ਗਾਉਣ ਨੂੰ ਦਿਲ ਨਹੀਂ ਕੀਤਾ। ਮੇਰੇ ਹਾਲਾਤ ਹੀ ਇਦਾਂ ਦੇ ਵਿਗੜ ਗਏ ਵੀ ਮੈਂ ਦੁਨੀਆ ਦੇ ਕੋਲੋਂ ਵੀ ਆਪਣੀ ਜਿਹੜੀ ਸੂਰਤ ਹੈ ਨਾ ਛੁਪਾਉਣੀ ਸ਼ੁਰੂ ਕਰ ਦਿੱਤੀ। ਕਦੀ ਅਫਸੋਸ ਹੁੰਦਾ ਹੈ ਕਿ ਮੈਂ ਜੇ ਉਸ ਟਾਈਮ ਤੇ ਜਾਂਦਾ ਜਾਂ ਮੈਂ ਨਾ ਗਾਇਕੀ ਛੱਡਦਾ। ਚਲੋ ਹਾਲਾਤ ਸਭ ਤੇ ਮਾੜੇ ਆਉਂਦੇ ਨੇ, ਪਰ ਖੁਦ ਨੂੰ ਸਾਂਭਣ ਦੀ ਜਿਹੜੀ ਲੋੜ ਹੁੰਦੀ ਹੈ, ਕਦੀ ਇਸ ਚੀਜ਼ ਦਾ ਅਫਸੋਸ ਹੋਇਆ ਕਿ ਜੇ ਉਹ ਚੀਜ਼ਾਂ ਉਸ ਵੇਲੇ ਨਾ ਹੁੰਦੀਆਂ ਜਾਂ ਮੈਂ ਇਹ ਡਿਸੀਜ਼ਨ ਨਾ ਲੈਂਦਾ ਗਾਇਕੀ ਛੱਡਣ ਦਾ, ਅੱਜ ਹਾਲਾਤ ਕੁਝ ਹੋਰ ਹੁੰਦੇ ਘਰ ਦੇ? ਹਾਂਜੀ, ਮੈਂ ਸੋਚਦਾ ਜੀ। ਮੈਨੂੰ ਮੇਰੇ ਮਤਲਬ ਰਿਸ਼ਤੇਦਾਰ ਯਾਰ ਦੋਸਤ ਵੀ ਇਹੀ ਕਹਿੰਦੇ ਵੀ ਤੂੰ ਆਪਣੇ ਪੈਰਾਂ ਦੇ ਉੱਤੇ ਆਪ ਕਈ ਮਾਰੀ, ਤਾਂ ਮੈਨੂੰ ਆਪ ਨੂੰ ਮਹਿਸੂਸ ਬੜਾ ਪਛਤਾਉਣਾ ਮੈਂ। ਜੇ ਉਹੀ ਮੇਰਾ ਕੈਨੇਡਾ ਦਾ ਗੇੜਾ ਲੱਗਾ ਹੁੰਦਾ ਤੇ ਅੱਜ ਚਲੋ ਕੁਛ ਵੀ ਨਹੀਂ, ਜੇ ਮੈਂ ਨਾ ਵੀ ਕਰਦਾ ਤੇ ਫਿਰ ਦੁਬਾਰਾ ਬਾਹਰ ਤੇ ਜਾ ਹੀ ਸਕਦਾ ਸੀਗਾ ਨਾ। ਜਦੋਂ ਪੈਸੇ ਵੀ ਜਿਹੜੇ ਬੈਂਕ ਬੈਲੈਂਸ ਤੁਹਾਡੇ ਕੋਲ ਸੀਗਾ ਉਹ ਵੀ ਘਟ ਗਿਆ ਜਾਂ ਖਤਮ ਹੋ ਗਿਆ, ਉਸ ਤੋਂ ਬਾਅਦ ਕੀ ਕੰਮ ਕਰਨਾ ਸ਼ੁਰੂ ਕੀਤਾ? ਉਸ ਤੋਂ ਬਾਅਦ ਮੈਡਮ ਮੈਂ ਲੀਵਰ ਕੀਤੀ। ਜਿੱਦਾਂ ਪਹਿਲਾਂ ਮੇਲੇ ਹੁੰਦੇ ਸੀਗੇ ਸੱਭਿਆਚਾਰਕ, ਉੱਥੇ ਕਾਫੀ ਸਿੰਗਰਾਂ ਨਾਲ ਮਨਮੋਹਨ ਵਾਸ ਹੋਣੀ ਸਾਰੇ ਜਿੱਦਾਂ ਸਿੰਗਰ ਆਉਂਦੇ ਸੀਗੇ, ਤੇ ਉੱਥੇ ਮੇਰਾ ਵੀ ਨਾਂ ਹੁੰਦਾ ਸੀਗਾ, ਮੈਂ ਵੀ ਜਾਂਦਾ ਸੀਗਾ। ਤੇ ਬਤੌਰ ਮਤਲਬ ਦਫ਼ਤਰ ਦੇ ਵਿੱਚ ਆਣ ਕੇ ਬੁਕਿੰਗ ਕਰਕੇ ਮੈਨੂੰ ਲੈ ਕੇ ਜਾਂਦੇ ਸੀ। ਕਹਿੰਦੇ ਹੈ ਸਮਾਂ ਬਹੁਤ ਬਲਵਾਨ ਹੁੰਦਾ, ਔਰ ਗੱਲ ਬਿਲਕੁਲ ਸੱਚੀ ਹੈ। ਅੱਜ ਸਮਾਂ ਤੁਹਾਨੂੰ ਕੁਝ ਦਿਖਾਏਗਾ ਤੇ ਕੱਲ ਨੂੰ ਕੁਝ। ਅੱਜ ਤੁਸੀਂ ਉਚਾਈਆਂ ਤੇ ਹੋ ਜਾਂ ਬੁਲੰਦੀਆਂ ਤੇ ਹੋ, ਕੱਲ ਨੂੰ ਸ਼ਾਇਦ ਉਹ ਸਮਾਂ ਅਜਿਹਾ ਨਾ ਰਹੇ ਜਿਸ ਤਰ੍ਹਾਂ ਹੁਣ ਹੈ। ਅੱਜ ਅਜਿਹੇ ਹੀ ਕਲਾਕਾਰ ਦੇ ਨਾਲ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਜੋ ਸਨ 2001 ਤੋਂ ਲੈ ਕੇ 2003 ਤੱਕ ਵਧੀਆ ਆਪਣੀ ਗਾਇਕੀ ਕਰਦਾ ਸੀ। 3 ਆਫਿਸ ਸੀ ਉਸਦੇ ਜਲੰਧਰ ਸ਼ਹਿਰ ਦੇ ਵਿੱਚ, ਕਾਫੀ ਸ਼ੋਜ਼ ਜਿਹੜੇ ਹੈ ਲਗਾਏ ਹੋਏ ਉਹਨਾਂ ਨੇ। ਕੁਲਦੀਪ ਮਾਨਕ ਸਾਹਿਬ ਵਰਗੇ ਆਰਟਿਸਟ ਦੇ ਨਾਲ ਜਾਂ ਵਾਰਿਸ ਬ੍ਰਦਰਸ ਦੇ ਨਾਲ ਜਿਹੜੇ ਹੈ ਉਹਨਾਂ ਨੇ ਸਟੇਜ ਸਾਂਝੀ ਕੀਤੀ ਹੈ, ਪਰ ਅੱਜ ਉਹ ਕਲਾਕਾਰ ਦਿਹਾੜੀਆਂ ਲਾਉਣ ਤੇ ਮਜਬੂਰ ਹੈ। ਕੌਣ ਹੈ ਉਹ ਕਲਾਕਾਰ? ਆ ਤੁਹਾਨੂੰ ਅੰਦਰ ਲੈ ਕੇ ਚੱਲਦੇ ਹਾਂ, ਦਿਖਾਉਂਦੇ ਹਾਂ। ਔਰ ਕੁਝ ਗਾਣੇ ਜੋ ਉਹਨਾਂ ਨੇ ਆਪਣੀ ਕੈਸੇਟਸ ਉਸ ਸਮੇਂ ਦੇ ਵਿੱਚ ਕੱਢੀਆਂ ਸੀ, ਉਸ ਵੇਲੇ ਕੱਢੀਆਂ ਸੀ, ਉਸ ਦੇ ਜਿਹੜੇ ਹੈ ਉਹ ਗਾਣੇ ਸੁਣਾਉਣ ਚੱਲਦੇ ਹਾਂ। ਪਿਪਲੀ ਦੇ ਆ ਪੱਤਿਆ ਮੈਨੂੰ ਯਾਦ ਸਜਣ ਦੀ ਆਈ ਵੇ, ਪਿਪਲੀ ਦੇ ਆ ਪੱਤਿਆ ਤੇਰੀ ਖੜ ਖੜ ਦਿੱਤੀ ਸੁਣਾਈ ਵੇ, ਪਿਪਲੀ ਦੇ ਆ ਪੱਤਿਆ ਮੈਨੂੰ ਯਾਦ ਸਜਣ ਦੀ ਆਈ ਵੇ, ਪਿਪਲੀ ਦੇ ਆ ਪੱਤਿਆ ਤੂੰ ਖੜਕੇ ਲੱਗੇ ਸੁਨੇਹਾ ਵੇ, ਮੇਰਾ ਮਾਹੀ ਛੇਤੀ ਆਵੇਗਾ, ਪਰ ਪਤ ਝੜ ਜਾਪੇ ਬੇਰਾਣਕ ਔਰੇ ਕੀ ਰੱਬ ਨੂੰ ਪਾਵੇਗਾ, ਪਰ ਪਤ ਝੜ ਜਾਪੇ ਬੇਰਾਣਕ ਔਰੇ ਕੀ ਰੱਬ ਨੂੰ ਪਾਵੇਗਾ, ਮੈਂ ਕੈਸੀ ਜ਼ਿੰਦਗੀ ਪਾਈ ਵੇ, ਪਿਪਲੀ ਦੇ ਆ ਪੱਤਿਆ ਮੈਨੂੰ ਯਾਦ ਸਜਣ ਦੀ ਆਈ ਵੇ, ਪਿਪਲੀ ਦੇ ਆ ਪੱਤਿਆ ਤੇਰੀ ਖੜ ਖੜ ਦਿੱਤੀ ਸੁਣਾਈ ਵੇ, ਪਿਪਲੀ ਦੇ ਆ ਪੱਤਿਆ ਮੈਨੂੰ ਯਾਦ ਸਜਣ ਦੀ ਆਈ ਵੇ, ਪਿਪਲੀ ਦੇ ਆ ਪੱਤਿਆ
ਸੁਖ ਸੁਪਨੇ ਵਿੱਚ ਵੀ ਨਾ ਤੱਕੇ, ਦੁੱਖ ਅੱਖੀ ਤਨ ਹਟਾਏ ਵੇ। ਉਹ ਕਾਲੇ ਬੱਦਲ ਗਮ ਵਾਲੇ ਰਹਿੰਦੇ ਨੇ ਹਰ ਪਲ ਛਾਏ ਵੇ। ਉਹ ਕਾਲੇ ਬੱਦਲ ਗਮ ਵਾਲੇ ਰਹਿੰਦੇ ਨੇ ਹਰ ਪਲ ਛਾਏ ਵੇ। ਨਾ ਰੁੱਤ ਸਾਵਣ ਦੀ ਆਈ ਵੇ, ਪਿਪਲੀ ਦੇ ਆ ਪੱਤਿਆ ਮੈਨੂੰ ਯਾਦ ਸਜਣ ਦੀ ਆਈ ਵੇ। ਪਿਪਲੀ ਦੇ ਆ ਪੱਤਿਆ ਤੇਰੀ ਖੜਖੜ ਦਿੱਤੀ ਸੁਣਾਈ ਵੇ। ਪਿਪਲੀ ਦੇ ਆ ਪੱਤਿਆ ਮੈਨੂੰ ਯਾਦ ਸਜਣ ਦੀ ਆਈ ਵੇ। ਪਿਪਲੀ ਦੇ ਆ ਪੱਤਿਆ ਮੈਨੂੰ ਯਾਦ ਸਜਣ ਦੀ ਆਈ ਵੇ। ਪਿਪਲੀ ਦੇ ਆ ਪੱਤਿਆ ਮੈਨੂੰ ਯਾਦ ਸਜਣ ਦੀ ਆਈ ਵੇ। ਪਿਪਲੀ ਦੇ ਆ ਪੱਤਿਆ। ਇਹ ਨੇ ਗੁਰਪ੍ਰੀਤ ਰਿੰਪੀ ਜੀ। ਸਨ 2001 ਤੋਂ ਲੈ ਕੇ 2003 ਤੱਕ ਇਹਨਾਂ ਦੇ ਕਾਫੀ ਗੀਤ ਆਏ, ਕਾਫੀ ਕੈਸੇਟਸ ਇਹਨਾਂ ਨੇ ਆਪਣੀ ਰਿਲੀਜ਼ ਕੀਤੀਆਂ। ਸੁਦੇਸ਼ ਕੁਮਾਰੀ ਵਰਗੇ ਆਰਟਿਸਟ ਦੇ ਨਾਲ ਵੀ ਜਿਹੜੇ ਹੈ ਗਾਣੇ ਇਹਨਾਂ ਨੇ ਡੁਇਟ ਗਾਏ ਨੇ। ਹੋਰ ਬਹੁਤ ਸਾਰੇ ਪੰਜਾਬੀ ਦੇ ਨਾਮਵਰ ਕਲਾਕਾਰ ਨੇ ਜਿਨ੍ਹਾਂ ਨਾਲ ਇਹਨਾਂ ਨੇ ਉਸ ਸਮੇਂ ਦੇ ਵਿੱਚ ਟੇਪਸ ਜਿਹੜੀਆਂ ਸਾਂਝੀਆਂ ਕੀਤੀਆਂ ਜਾਂ ਉਸ ਟੇਪਸ ਦੇ ਵਿੱਚ ਜਿਹੜੇ ਇਹਨਾਂ ਦੇ ਗਾਣੇ ਆਏ ਹੋਏ ਸੀ। ਪਰ ਅੱਜ ਗੁਰਪ੍ਰੀਤ ਰਿੰਪੀ ਦੇ ਘਰ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਔਰ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਕਿਸ ਤਰੀਕੇ ਨਾਲ ਇੱਥੇ ਰਹਿ ਰਹੇ ਨੇ। ਕਿਸੇ ਟਾਈਮ ਦੇ ਵਿੱਚ ਇਹਨਾਂ ਦੇ 3 ਆਫਿਸ ਹੁੰਦੇ ਸੀਗੇ ਜਲੰਧਰ ਦੇ ਵਿੱਚ, ਪਰ ਅੱਜ ਉਹ ਚੀਜ਼ਾਂ ਬਿਲਕੁਲ ਨਹੀਂ ਹੈ। ਕੀ ਕਾਰਨ ਰਹੇ ਕਿ ਇਹਨਾਂ ਨੂੰ ਗਾਇਕੀ ਛੱਡਣੀ ਪਈ? ਕੀ ਕਾਰਨ ਰਹੇ ਕਿ ਅੱਜ ਇਹ ਹਾਲਾਤ ਬਣੇ ਨੇ? ਜਾਣਦੇ ਹਾਂ ਗੁਰਪ੍ਰੀਤ ਰਿੰਪੀ ਤੋਂ। ਗੁਰਪ੍ਰੀਤ ਜੀ, ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਵੈਰੀ ਮਚ। ਸੋ ਗੁਰਪ੍ਰੀਤ ਜੀ, ਜਿੱਦਾਂ ਮੈਂ ਕਿਹਾ ਕਿ ਤੁਹਾਡੇ 2001 ਤੋਂ ਲੈ ਕੇ 2003 ਦੇ ਵਿੱਚ ਬਹੁਤ ਗੀਤ ਆਏ, ਕੈਸੇਟਸ ਆਈਆਂ। ਸੁਦੇਸ਼ ਕੁਮਾਰੀ ਵਰਗੇ ਆਰਟਿਸਟ ਦੇ ਨਾਲ, ਉਹਨਾਂ ਵਰਗੇ ਕਲਾਕਾਰਾਂ ਦੇ ਨਾਲ ਜਿਹੜਾ ਹੈ ਤੁਸੀਂ ਗਾਣਾ ਵੀ ਗਾਇਆ। ਹਾਂਜੀ। ਕੀ ਹਾਲਾਤ ਬਣ ਗਏ ਕਿ ਤੁਹਾਨੂੰ 2003 ਤੋਂ ਬਾਅਦ ਗਾਇਕੀ ਛੱਡਣੀ ਪਈ? ਕੀ ਰੀਜ਼ਨ ਰਹੇ? ਸਿਸਟਰ ਜੀ, ਮੇਰੀ ਨਾ ਮੈਰਿਜ ਹੋਈ ਸੀਗੀ ਅਤੇ ਉਸ ਤੋਂ ਬਾਅਦ ਮਤਲਬ ਮੈਂ ਲਾਈਵ ਸ਼ੋਅ ਕਰਦਾ ਰਿਹਾ ਅਤੇ ਮੇਰੀ ਜਿਹੜੀ ਵਾਈਫ ਸੀਗੀ ਉਹ ਥੋੜ੍ਹਾ ਕਾਫੀ ਬਿਮਾਰ ਸੀ, ਜਿਹਦੇ ਕਰਕੇ ਮਤਲਬ ਮੇਰੀ ਵਾਈਫ ਪ੍ਰੈਗਨੈਂਟ ਹੋਈ ਅਤੇ ਪਹਿਲਾਂ 2 ਜੋੜੇ ਲੜਕੇ ਹੋਏ ਅਤੇ ਉਹਨਾਂ ਦੀ ਡੈਥ ਹੋ ਗਈ। ਉਸ ਤੋਂ ਬਾਅਦ ਮੇਰੇ ਦਿਮਾਗ ਦੇ ਉੱਤੇ ਬੜੀ ਟੈਨਸ਼ਨ ਆ। ਆਪਾਂ ਅਤੇ ਹੁਣ ਕਲਾਕਾਰ ਇੱਦਾਂ ਦੇ ਵੀ ਫੁੱਲ ਵੀ ਆਪਾਂ ਨਹੀਂ ਤੋੜਦੇ ਬਈ ਉਹਦੇ ਵਿੱਚ ਵੀ ਆਪਾਂ ਇਸ ਸਮੇਂ ਦੇ ਵਿੱਚ ਜਾਣ ਆ। ਅਤੇ ਉਹ ਫਿਰ ਉਸ ਤੋਂ ਬਾਅਦ ਸਿਸਟਰ ਜੀ ਵੀ ਮੇਰੇ ਮਤਲਬ 3 ਬੱਚੇ, 3 ਮੁੰਡੇ ਹੋਰ ਮਤਲਬ ਇਕੱਲੇ ਹੋ ਕੇ ਮਤਲਬ ਡੈਥ ਹੋ ਗਈ ਉਹਨਾਂ ਦੀ। ਅਤੇ ਉਸ ਤੋਂ ਬਾਅਦ ਇੱਕ ਲੜਕੀ, ਉਹਦੀ ਵੀ ਡੈਥ ਹੋ ਗਈ। ਅਤੇ ਫਿਰ ਮੇਰੇ ਕਾਫੀ ਦਿਮਾਗ 'ਤੇ ਟੈਨਸ਼ਨ ਰਹਿਣ ਲੱਗ ਪਈ ਜੀ। ਫਿਰ ਮੇਰਾ ਗਾਉਣ ਨੂੰ ਦਿਲ ਨਹੀਂ ਕੀਤਾ ਜੀ। ਫਿਰ ਮੈਂ ਵੱਡਾ ਸਦਮਾ ਜਿਹੜਾ ਤੁਹਾਨੂੰ ਲੱਗਿਆ? ਹਾਂਜੀ, ਬਹੁਤ ਮਾੜਾ ਸਦਮਾ ਲੱਗਾ ਜੀ, ਵੱਡਾ ਲੱਗਾ। ਅਤੇ ਮਤਲਬ ਉਸ ਤੋਂ ਬਾਅਦ ਫਿਰ ਇੱਦਾਂ ਹੀ ਮਤਲਬ ਮੈਂ ਕਾਫੀ 8-9 ਸਾਲ ਕੋਈ ਕੰਮ ਨਹੀਂ ਕੀਤਾ। ਜਿਹੜੇ ਮੇਰੇ ਕੋਲ ਬੈਂਕ ਬੈਲੈਂਸ ਸੀਗਾ ਉਹੀ ਖਾਂਦਾ ਰਿਹਾ ਮੈਂ ਜੀ। ਤੁਹਾਡੇ 3 ਆਫਿਸ ਸੀਗੇ ਜਲੰਧਰ ਦੇ ਵਿੱਚ, ਜਿਹਦੇ ਵਿੱਚ 60% ਤੁਹਾਡਾ ਜਿਹੜਾ ਹਿੱਸਾ ਸੀਗਾ, 40% ਕੰਪਨੀ ਵਾਲਿਆਂ ਦਾ ਹਿੱਸਾ ਸੀਗਾ ਜਿਹਨਾਂ ਨੇ ਖੋਲ੍ਹਿਆ ਸੀ ਆਫਿਸ। ਉਹ ਫਿਰ ਚਲੇ ਨਹੀਂ, ਬੰਦ ਹੋ ਗਏ? ਕੀ ਹੋਇਆ? ਫਿਰ ਮੈਂ ਸਿਸਟਰ ਜਿਹੜੇ ਸ਼ੋਅ ਕਰਨੇ ਛੱਡਤੇ, ਉਹ ਫਿਰ ਉਹਨਾਂ ਨੂੰ ਰੈਂਟ ਪੈਂਦਾ ਸੀਗਾ। ਉਹਨਾਂ ਨੇ ਫਿਰ ਮੇਰੇ ਖਿਆਲ ਵੀ ਜੇ ਉਹ ਬੰਦ ਕਰਵਾਤੇ ਜੀ, ਫਿਰ ਬੰਦ ਹੋ ਗਏ ਸੀ। ਕਦੀ ਲੱਗਿਆ ਨਹੀਂ ਉਸ ਦੌਰਾਨ ਵੀ ਕਿ ਨਹੀਂ, ਮੈਨੂੰ ਖੁਦ ਨੂੰ ਆਪਣੇ ਆਪ ਨੂੰ ਸੰਭਾਲਣਾ ਚਾਹੀਦਾ ਹੈ ਅਤੇ ਆਪਣੇ ਪਰਿਵਾਰ ਦੇ ਲਈ ਮੈਨੂੰ ਜਿਹੜਾ ਗਾਇਕੀ ਸ਼ੁਰੂ ਕਰਨੀ ਚਾਹੀਦੀ ਹੈ, ਸ਼ੋਅਜ਼ ਲਾਉਣੇ ਚਾਹੀਦੇ ਹੈ? ਕਿ ਤੁਸੀਂ ਕਿਹਾ ਕਿ ਜਿੰਨੇ ਪੈਸੇ ਤੁਹਾਡੇ ਕੋਲ ਬੈਂਕ ਬੈਲੈਂਸ ਸੀ ਉਹ ਤਾਂ ਤੁਸੀਂ ਉਸ ਟਾਈਮ 'ਤੇ ਯੂਜ਼ ਕਰਦੇ ਰਹੇ, ਪਰ ਬਾਅਦ ਦੇ ਵਿੱਚ ਓਬਵੀਅਸਲੀ ਹਾਲਾਤ ਜਿਹੜੇ ਖਰਾਬ ਹੋਣੇ ਸ਼ੁਰੂ ਹੋਏ ਹੋਣੇ ਆ। ਫਿਰ ਕੰਮ ਕੀ ਤੁਸੀਂ ਕਰਨਾ ਸ਼ੁਰੂ ਕੀਤਾ? ਸਿਸਟਰ ਜੀ, ਮੇਰੇ ਨਾ ਮਤਲਬ ਮੈਂ 8-10 ਸਾਲ ਤੇ ਮਤਲਬ ਵੀ ਮੈਂ ਇੱਦਾਂ ਖਾਂਦਾ ਰਿਹਾ ਵਿਹਲਾ ਬਹਿ ਕੇ। ਅਤੇ ਉਸ ਤੋਂ ਬਾਅਦ ਮਤਲਬ ਮੇਰੇ ਹਾਲਾਤ ਹੀ ਇੱਦਾਂ ਦੇ ਵਿਗੜ ਗਏ ਵੀ ਮੈਂ ਦੁਨੀਆ ਦੇ ਕੋਲੋਂ ਵੀ ਆਪਣੀ ਜਿਹੜੀ ਸੂਰਤ ਹੈ ਨਾ ਛੁਪਾਉਣੀ ਸ਼ੁਰੂ ਕਰਤੀ। ਕੀ ਕਾਰਨ ਰਹੇ ਉਹਦੇ? ਉਹਦੇ ਕਾਰਨ ਇਹੀ ਰਹੇ ਜੀ, ਬਸ ਟੈਨਸ਼ਨ ਜਿਹੜਾ ਮਤਲਬ ਦਿਮਾਗ 'ਤੇ ਪੈ ਰਹੀ, ਕੋਈ ਕੰਮ ਕਰਨ ਨੂੰ ਮੇਰਾ ਦਿਲ ਨਹੀਂ ਸੀ ਕਰਦਾ ਜੀ। ਅਤੇ ਫਿਰ ਉਸ ਤੋਂ ਬਾਅਦ ਮੇਰੇ ਬੱਚੇ ਜਿਹੜੇ ਆ ਇਹ ਬਚੇ ਅਤੇ ਫਿਰ ਫੋਨ ਮੇਰਾ ਫਿਰ ਇਹ ਦਿਲ ਕੀਤਾ ਵੀ ਇਹਨਾਂ ਬੱਚਿਆਂ ਲਈ ਕੁਛ ਕੀਤਾ ਜਾਵੇ। ਆਪਣੀ ਤਾਂ ਜ਼ਿੰਦਗੀ ਚਲੋ ਜਿਹੜੀ ਲੰਘ ਗਈ ਆ ਉਹ ਲੰਘ ਗਈ ਹੈ। ਬੱਚੇ ਵਿਚਾਰੇ ਜਿਹੜੇ ਆ ਇਹਨਾਂ ਦਾ ਗਾਂਹ ਭਵਿੱਖ ਆ, ਇਹਨਾਂ ਦਾ ਕੁਛ ਬਣ ਜਾਵੇ। ਤੁਹਾਡੇ ਕਿੰਨੇ ਬੱਚੇ ਹੁਣ? ਮੇਰੇ ਬੱਚੇ 2, ਇੱਕ ਲੜਕੀ ਇੱਕ ਲੜਕਾ ਜੀ। ਕੰਪਨੀ ਵਾਲਿਆਂ ਨੇ ਜੋ ਤੁਹਾਡੇ ਨਾਲ ਸੀਗੇ, ਜਿਨ੍ਹਾਂ ਨੇ ਕੰਪਨੀ ਤੁਹਾਨੂੰ ਆਫਿਸ ਖੋਲ੍ਹ ਕੇ ਦਿੱਤੇ ਸੀ, ਉਹਨਾਂ ਨੇ ਕਦੀ ਜ਼ੋਰ ਨਹੀਂ ਪਾਇਆ ਕਿ ਗੁਰਪ੍ਰੀਤ ਅਸੀਂ ਤੈਨੂੰ ਕੰਮ ਇੱਥੇ ਖੋਲ੍ਹ ਕੇ ਦਿੱਤਾ ਹੋਇਆ, 3 ਆਫਿਸ ਹੈ, ਉਸ ਦੇ ਵਿੱਚੋਂ ਤੁਹਾਡਾ ਵੀ ਫਾਇਦਾ ਸੀ ਪਰ ਉਹਨਾਂ ਦਾ ਵੀ ਫਾਇਦਾ ਸੀਗਾ, ਉਹਨਾਂ ਨੇ ਕਦੀ ਜ਼ੋਰ ਨਹੀਂ ਪਾਇਆ ਕਿ ਨਹੀਂ ਸ਼ੁਰੂ ਕਰ ਦੁਬਾਰਾ?
हाँ जी, ਜ਼ੋਰ ਉਹਨਾਂ ਨੇ ਪਾਇਆ ਸੀਗਾ। ਉਹਨਾਂ ਦਾ ਮੇਰੀ ਕੈਨੇਡਾ ਲਈ ਤਿਆਰੀ ਸੀਗੀ ਅੱਗੇ, ਰਾਜ ਬਰਾੜ ਜਿੱਦਾਂ, ਜਸਵਿੰਦਰ ਬਰਾੜ ਤੇ ਇਹ ਜਸਵੰਤ ਸਦੀਲਾ, ਇਹਨਾਂ ਨਾਲ ਮਤਲਬ ਵਿਸਾਖੀ ਦਾ ਮੇਰਾ ਗੇੜਾ ਕੈਨੇਡਾ ਦਾ ਬਣਨ ਡਿਆ ਸੀਗਾ। ਉਹਨਾਂ ਨੇ ਇਹ ਮੇਰੇ ਖਿਆਲ ਮਤਲਬ 2004 'ਚ 2004 ਦੇ ਵਿੱਚ ਮਤਲਬ ਮੇਰਾ ਜਿੱਦਾਂ 28 ਫਰਵਰੀ ਦਾ ਵਿਆਹ ਹੋਇਆ ਸੀਗਾ, ਤੇ ਉਸ ਤੋਂ ਬਾਅਦ ਮਤਲਬ ਮੇਰੀ ਵਾਈਫ ਕਹਿਣ ਲੱਗੀ ਵੀ ਅਗਲੀ ਵਾਰੀ ਚਲਾ ਜੀ। ਉਹ ਫਿਰ ਮੈਂ ਉਹਨਾਂ ਦੇ ਨਾਲ ਇੰਨਾ ਮਤਲਬ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਮੈਂ ਬਾਅਦ 'ਚ ਜਾਊਂਗਾ ਵੀ 28 ਫਰਵਰੀ ਦਾ ਵਿਆਹ ਹੋਇਆ ਤੇ 13 ਅਪ੍ਰੈਲ ਦਾ ਬਾਹਰ ਦਾ ਉਹਨਾਂ ਦਾ ਬਣਦਾ ਸੀਗਾ, ਤੇ ਉਹ ਫਿਰ ਮੈਂ ਜੀ ਆਪ ਮਿਸ ਕੀਤਾ। ਉਹ ਮੇਰੀ ਗਲਤੀ ਸੀ, ਉਹ ਮੇਰੀ ਆਪਣੀ ਗਲਤੀ ਸੀਗੀ ਬਹੁਤ ਵੱਡੀ। ਕਦੀ ਰਿਗਰੈਟ ਜਿਹਾ ਹੁੰਦਾ ਹੈ ਤੁਹਾਨੂੰ, ਕਦੀ ਅਫਸੋਸ ਹੁੰਦਾ ਹੈ ਕਿ ਮੈਂ ਜੇ ਉਸ ਟਾਈਮ ਤੇ ਜਾਂਦਾ ਜਾਂ ਮੈਂ ਨਾ ਗਾਇਕੀ ਛੱਡਦਾ? ਚਲੋ ਹਾਲਾਤ ਸਭ ਤੇ ਮਾੜੇ ਆਉਂਦੇ ਨੇ, ਪਰ ਖੁਦ ਨੂੰ ਸਾਂਭਣ ਦੀ ਜਿਹੜੀ ਲੋੜ ਹੁੰਦੀ ਹੈ, ਕਦੀ ਇਸ ਚੀਜ਼ ਦਾ ਅਫਸੋਸ ਹੋਇਆ ਕਿ ਜੇ ਉਹ ਚੀਜ਼ਾਂ ਉਸ ਵੇਲੇ ਨਾ ਹੁੰਦੀਆਂ ਜਾਂ ਮੈਂ ਇਹ ਡਿਸੀਜ਼ਨ ਨਾ ਲੈਂਦਾ ਗਾਇਕੀ ਛੱਡਣ ਦਾ, ਅੱਜ ਹਾਲਾਤ ਕੁਝ ਹੋਰ ਹੁੰਦੇ ਘਰ ਦੇ? ਹਾਂਜੀ, ਮੈਂ ਸੋਚਦਾ ਜੀ, ਮੈਨੂੰ ਮੇਰੇ ਮਤਲਬ ਰਿਸ਼ਤੇਦਾਰ ਯਾਰ ਦੋਸਤ ਵੀ ਇਹੀ ਕਹਿੰਦੇ ਵੀ ਤੂੰ ਆਪਣੇ ਪੈਰਾਂ ਦੇ ਉੱਤੇ ਆਪ ਕਈ ਮਾਰੀ, ਤਾਂ ਮੈਨੂੰ ਆਪ ਨੂੰ ਮਹਿਸੂਸ ਹੁੰਦਾ, ਬੜਾ ਪਛਤਾਉਣਾ ਮੈਡਮ ਬਹੁਤ। ਜੇ ਉਹੀ ਮੇਰਾ ਕੈਨੇਡਾ ਦਾ ਗੇੜਾ ਲੱਗਾ ਹੁੰਦਾ ਤੇ ਅੱਜ ਚਲੋ ਕੁਛ ਵੀ ਨਹੀਂ, ਜੇ ਮੈਂ ਨਾ ਵੀ ਕਰਦਾ ਤੇ ਫਿਰ ਦੁਬਾਰਾ ਬਾਹਰ ਤੇ ਜਾ ਹੀ ਸਕਦਾ ਸੀਗਾ ਨਾ। ਹੁਣ ਤੇ ਜਿਹੜਾ ਕਾਫੀ ਟਫ ਹੋ ਗਿਆ, ਤੇ ਹੁਣ ਤੇ ਕਿਸਮਤ ਹੀ ਆ ਵੀ ਜੇ ਖੜਾ ਕਰ ਦੇਵੇ, ਤੇ ਕਾਫੀ ਪਛਤਾਵਾ ਹੁੰਦਾ ਜੀ। ਪੰਜਾਬ ਦੇ ਨਾਮਵਰ ਜੇ ਅਸੀਂ ਰਾਈਟਰਸ ਦੀ ਗੱਲ ਕਰੀਏ, ਉਹਨਾਂ ਦੇ ਵਿੱਚੋਂ ਮੰਗਲ ਹਟੂਰ ਦਾ ਇੱਕ ਨਾਮ ਹੈ। ਮੰਗਲ ਹਟੂਰ ਜੀ ਦਾ ਤੁਸੀਂ ਲਿਖਿਆ ਗੀਤ ਜਿਹੜਾ ਗਾਇਆ ਹੈ, ਮੈਂ ਪਹਿਲੇ ਚਾਹੂੰਗੀ ਉਸ ਗੀਤ ਨੂੰ ਤੁਸੀਂ ਗਾਓ, ਉਸ ਤੋਂ ਬਾਅਦ ਆਪਾਂ ਇਸ ਬਾਰੇ ਗੱਲਬਾਤ ਕਰਦੇ ਹਾਂ। ਕੋਈ ਗੱਲ ਨਹੀਂ, ਉਹ ਗੱਲ ਬਾਈ ਅੱਧੀ ਅੱਧੀ ਰਾਤੀ ਜਿਹੜਾ ਮੇਰਾ ਪਹਿਲੀ ਕੈਸਟ ਦਾ ਸੌਂਗ ਸੀਗਾ, ਉਹ ਤੁਹਾਨੂੰ ਸੁਣਾ ਦਿੰਦਾ ਜੀ। ਹਾਂਜੀ। ਅੱਧੀ ਅੱਧੀ ਰਾਤੀ ਤੈਨੂੰ ਯਾਦ ਆ ਠਾਹੂ ਮੇਰੀ, ਆਖੂਗੀ ਕਿ ਉੱਠ ਕੇ ਤੂੰ ਰੋ ਚੱਲੀਏ। ਅੱਧੀ ਅੱਧੀ ਰਾਤੀ ਤੈਨੂੰ ਯਾਦ ਆ ਠਾਹੂ ਮੇਰੀ, ਆਖੂਗੀ ਕਿ ਉੱਠ ਕੇ ਤੂੰ ਰੋ ਚੱਲੀਏ। ਭੱਜ ਲੈ ਨੀ ਜਿੱਥੇ ਤੱਕ ਭੱਜਿਆ ਏ ਜਾਂਦਾ ਤੈਥੋਂ, ਭੱਜ ਲੈ ਨੀ ਜਿੱਥੇ ਤੱਕ ਭੱਜਿਆ ਏ ਜਾਂਦਾ, ਪਰ ਜੀ ਨਾ ਸਕੇਂਗੀ ਵਾਦਾ ਰਿਹਾ ਵੱਲੀਏ। ਅੱਧੀ ਅੱਧੀ ਰਾਤੀ ਤੈਨੂੰ ਯਾਦ ਆ ਠਾਹੂ ਮੇਰੀ, ਆਖੂਗੀ ਕਿ ਉੱਠ ਕੇ ਤੂੰ ਰੋ ਚੱਲੀਏ। ਅੱਧੀ ਅੱਧੀ ਗਮਾਂ ਵਾਲੇ ਗੀਤ ਜਦੋਂ ਕੰਨੀ ਤੇਰੇ ਪੈਣਗੇ ਨੀ, ਕੰਬਿਆ ਕਰੂਗੀ ਤੇਰੀ ਰੂਹ ਵੈਰ ਨੇ। ਆਉਂਦੇ ਜਾਂਦੇ ਰਾਈਆਂ ਕੋਲੋਂ ਕਾਵਾਂ ਦੀਆਂ ਟੋਲੀਆਂ ਤੋਂ ਕੱਢਦੀ ਫਿਰੇਂਗੀ ਸਾਡੀ ਸੂਹ ਵੈਰ ਨੇ। ਦਿਲ ਤੇਰਾ ਸਾਡੇ ਬਿਨਾ ਚੈਨ ਨਾ ਨੀ ਪਾਊ, ਦਿਲ ਤੇਰਾ ਸਾਡੇ ਬਿਨਾ ਚੈਨ ਨਾ ਨੀ ਪਾਊ, ਬੜਾ ਤੜਪੇਂਗੀ ਪੀੜੇ ਕਦੇ ਤੂੰ ਵੱਲੀਏ। ਅੱਧੀ 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 ਰਾਤੀ ਤੈਨੂੰ ਯਾਦ ਆ ਠਾਹੂ ਮੇਰੀ, ਆਖੂਗੀ ਕਿ ਉੱਠ ਕੇ ਤੂੰ ਰੋ ਚੱਲੀਏ। ਅੱਧੀ ਅੱਧੀ ਜਦੋਂ ਖੁਦ ਨੂੰ ਲੱਗਿਆ ਕਿ ਨਹੀਂ ਮੈਨੂੰ ਘਰ ਦੇ ਹਾਲਾਤ ਦੇਖ ਕੇ ਮੈਨੂੰ ਗਾਣਾ ਚਾਹੀਦਾ ਹੈ, ਤੁਸੀਂ ਉਦੋਂ ਕੋਸ਼ਿਸ਼ ਕੀਤੀ ਜਿਨ੍ਹਾਂ ਲੋਕਾਂ ਨਾਲ ਤੁਸੀਂ ਪਹਿਲਾਂ ਕੰਮ ਕਰਦੇ ਸੀ, ਜਿਸ ਕੰਪਨੀ ਨਾਲ ਪਹਿਲਾਂ ਕੰਮ ਕਰਦੇ ਸੀ, ਕਿ ਉਹਨਾਂ ਨਾਲ ਦੁਬਾਰਾ ਕੰਟੈਕਟ ਕਰੋ, ਤੇ ਉਹਨਾਂ ਦਾ ਕੀ ਜਵਾਬ ਸੀ ਉਸ ਵੇਲੇ? ਸਿਸਟਰ ਮੈਂ ਨਾ ਮਤਲਬ ਕੋਈ ਕੋਸ਼ਿਸ਼ ਕਿਸੇ ਕੰਪਨੀ ਵਾਲੇ ਨੂੰ ਮਿਲਿਆ ਹੀ ਨਹੀਂ। ਮੈਂ ਮਤਲਬ ਮੇਰੇ ਹਾਲਾਤ ਹੀ ਦੇਖੋ ਇੰਨੇ ਬੱਤਰ ਹੋ ਗਿਆ। ਦੇਖੋ ਪਹਿਲਾਂ ਸਨੈਪਸ ਜਿਹੜੀਆਂ ਮਤਲਬ ਆਪਣੇ ਆਪ ਨੂੰ ਮਤਲਬ ਮੈਂ ਛੋਟਾ ਸਮਝਣਾ ਸ਼ੁਰੂ ਕਰਤਾ, ਮਤਲਬ ਉਹਨਾਂ ਦੇ ਬਰਾਬਰ ਮੈਂ ਮੇਲੇ ਕਰਦਾ ਸੀਗਾ, ਗਾਉਂਦਾ ਸੀਗਾ। ਅੱਜ ਮੈਂ ਮਤਲਬ ਮੇਰੀ ਆਦਤ ਨਹੀਂ ਵੀ ਮੈਂ ਕਿਸੇ ਨੂੰ ਮਤਲਬ ਇਹ ਕਹਾਂ ਮੇਰੀ ਮਦਦ ਕਰੋ। ਖੁਦ ਨੂੰ ਜਦੋਂ ਲੋੜ ਹੋਵੇ ਉਦੋਂ ਵੀ ਕਈ ਵਾਰ ਇਦਾਂ ਹੁੰਦਾ ਕਿ ਬੰਦੇ ਨੂੰ ਜਦੋਂ ਆਪ ਦੀ ਲੋੜ ਹੈ ਤੇ ਬੰਦੇ ਨੂੰ ਆਪ ਅੱਗੇ ਆਉਣਾ ਪੈਂਦਾ ਹੈ, ਆਪ ਜਿਹੜਾ ਹੱਥ ਅੱਗੇ ਵਧਾਉਣਾ ਪੈਂਦਾ। ਲੱਗਿਆ ਨਹੀਂ ਕਿ ਜ਼ਰੂਰਤ ਹੈ ਉਸ ਸਮੇਂ? ਹਾਂਜੀ ਲੱਗਿਆ ਜੀ, ਬੜਾ ਜ਼ਰੂਰਤ। ਮਤਲਬ ਕਾਫੀ ਚਿਰ ਤੋਂ ਮੈਂ ਡਿਸਾਈਡ ਕਰਦਾ ਸੀਗਾ ਵੀ ਮੈਂ ਇਸ ਲਾਈਨ 'ਚ ਫਿਰ ਦੁਬਾਰਾ ਆਵਾਂ। ਮੇਰੀ ਵਾਈਫ ਨੇ ਮੈਨੂੰ ਕਿਹਾ ਵੀ ਤੂੰ ਰਿਆਜ਼ ਕਰਿਆ ਕਰ, ਤੇ ਬਸ ਜਦੋਂ ਪ੍ਰਮਾਤਮਾ ਨੇ ਚਾਹਣਾ ਹੁੰਦਾ ਜੀ ਉਦੋਂ ਹੀ ਆਉਣਾ ਬੰਦੇ ਨੇ। ਤੇ ਹੁਣ ਮੇਰਾ ਪੂਰਾ ਮੂਡ ਬਣਿਆ ਸੀਗਾ ਤੇ ਤੁਹਾਡਾ ਸਹਿਯੋਗ ਮਿਲਿਆ ਜੀ ਮੈਨੂੰ, ਤੇ ਤੁਸੀਂ ਆਏ, ਸ਼ਾਇਦ ਪ੍ਰਮਾਤਮਾ ਨੇ ਇਸ ਲਈ ਭੇਜਿਆ ਹੋਵੇ ਜੀ। ਜਦੋਂ ਗਾਇਕੀ ਛੱਡਤੀ ਸੀਗੀ, ਜਦੋਂ ਪੈਸੇ ਵੀ ਜਿਹੜੇ ਬੈਂਕ ਬੈਲੈਂਸ ਤੁਹਾਡੇ ਕੋਲ ਸੀਗਾ ਉਹ ਵੀ ਘਟ ਗਿਆ ਜਾਂ ਖਤਮ ਹੋ ਗਿਆ, ਉਸ ਤੋਂ ਬਾਅਦ ਕੀ ਕੰਮ ਕਰਨਾ ਸ਼ੁਰੂ ਕੀਤਾ? ਉਸ ਤੋਂ ਬਾਅਦ ਮੈਡਮ ਮੈਂ ਲੇਬਰ ਕੀਤੀ, ਦਿਹਾੜੀਆਂ ਲਾਈਆਂ ਜੀ।
ਤੇ ਫਿਰ ਉਸ ਤੋਂ ਬਾਅਦ ਮੇਰੇ ਹਾਲਾਤ ਇੰਨੇ ਖਸਤਾ ਹੋ ਗਏ, ਤੇ ਉਸ ਤੋਂ ਬਾਅਦ ਮੈਂ ਫਿਰ ਹਾਰਮੋਨੀਅਮ ਫੜਿਆ ਦੁਬਾਰਾ, ਫਿਰ ਮੈਂ ਖਰੀਦਿਆ ਹਾਰਮੋਨੀਅਮ, ਫਿਰ ਮੈਂ ਰਿਆਜ਼ ਕੀਤਾ। ਫਿਰ ਮੈਨੂੰ ਨਾ ਕਰਤਾਰਪੁਰ ਟਿਊਸ਼ਨਾਂ ਮਿਲੀਆਂ, ਇੱਕ ਮੈਂ ਵੇਰਕੇ ਕੰਮ ਕਰਦਾ ਸੀਗਾ ਕੰਟੈਕਟ ਬੇਸ 'ਤੇ, ਉੱਥੇ ਮੈਂ ਗਾਣੇ ਗਾਉਂਦਾ ਸੀਗਾ। ਤੇ ਇੱਕ ਮੁੰਡਾ ਸੀ ਧਰਮਵੀਰ, ਉਹ ਮੈਨੂੰ ਕਹਿੰਦਾ ਤੇਰੀ ਆਵਾਜ਼ ਬੜੀ ਵਧੀਆ, ਸਾਡਾ ਮੁੰਡਾ ਤੂੰ ਇੱਕ ਨਾ ਤਿਆਰ ਕਰਨਾ ਆ। ਤੇ ਉਹ ਫਿਰ ਮੈਨੂੰ ਨਾ ਮਤਲਬ ਲੈ ਕੇ ਗਏ ਉੱਥੇ, ਤੇ ਉਹ ਜਿਹੜੇ ਫਿਰ ਪੰਡਿਤ ਸੀਗੇ, ਸੱਤੀ ਪੰਡਿਤ ਆ, ਬੜੇ ਮਸ਼ਹੂਰ ਆ ਉੱਥੇ ਚੌਂਕ ਦੇ ਵਿੱਚ ਕਰਤਾਰਪੁਰ। ਫਿਰ ਉਹਨਾਂ ਨੇ ਨਾ ਮਤਲਬ ਜਦੋਂ ਮੈਨੂੰ ਮੇਰਾ ਗਾਣਾ ਸੁਣਿਆ, ਤਾਂ ਉਹਨਾਂ ਨੇ ਕਿਹਾ ਵੀ ਸਰ ਵੀ ਇਹ ਮੁੰਡਾ ਤੁਹਾਡੇ ਕੋਲ ਸਿੱਖੂਗਾ, ਮੈਂ ਤੁਹਾਨੂੰ ਨਾ ਹੋਰ ਸਟੂਡੈਂਟ ਵੀ ਦਊਂਗਾ। ਤਾਂ ਉਹਨਾਂ ਨੇ ਫਿਰ ਮੈਨੂੰ ਸਟੂਡੈਂਟ ਕਾਫੀ ਦਿੱਤੇ ਜੀ, ਕਾਫੀ ਮਤਲਬ ਮੇਰਾ 2-3 ਸਾਲ ਮੇਰਾ ਕਾਫੀ ਚੰਗਾ ਚੱਲਦਾ ਰਿਹਾ, ਜਿਹਦੇ ਕਰਕੇ ਵੀ ਆ ਦੇਖੋ ਆ ਘਰ ਵੀ ਮੈਂ ਬਣਾਇਆ ਆਪਣਾ, ਤੇ ਮਤਲਬ ਚੰਗੀ ਇਨਕਮ ਆਉਣੀ ਸ਼ੁਰੂ ਹੋ ਗਈ। ਕੁਛ ਮੇਰੇ ਕੋਲ ਪ੍ਰਾਈਵੇਟ ਸਕੂਲ ਸੀਗੇ ਜਿੱਥੇ ਮੈਨੂੰ ਮਤਲਬ 4-4 ਹਜ਼ਾਰ ਰੁਪਇਆ 5-5 ਹਜ਼ਾਰ ਰੁਪਇਆ ਮਿਲਦਾ ਰਿਹਾ, ਕੁਛ ਉਹ ਮੈਂ ਕਰਦਾ ਰਿਹਾ ਜੀ। ਤੇ ਹੁਣ ਮਤਲਬ ਕਰੋਨਾ ਵਾਇਰਸ 2 ਸਾਲ ਹੋ ਗਏ ਆ, ਤੇ ਮਤਲਬ ਲੋਕਾਂ ਨੇ ਮਤਲਬ ਜਿੱਦਾਂ ਕਰੋਨਾ ਵਾਇਰਸ ਦਾ ਪਰਹੇਜ਼ ਕਰਦੇ ਆ, ਦੂਜੇ ਬੰਦੇ ਨੂੰ ਅੰਦਰ ਜਾਣ ਨਹੀਂ ਦਿੰਦੇ, ਉੱਥੋਂ ਮੇਰਾ ਮਤਲਬ ਕੰਮ ਟੁੱਟ ਗਿਆ ਜੀ। ਤੇ ਹੁਣ ਕੀ ਹਾਲਾਤ ਨੇ? ਹੁਣ ਹਾਲਾਤ ਜੀ ਬਹੁਤ ਮਾੜੇ ਹੀ ਆ, ਮਤਲਬ ਇੰਨੇ ਮਾੜੇ ਵੀ ਨਹੀਂ, ਚਲੋ ਪਰਮੇਸ਼ਵਰ ਰੋਟੀ ਤਾਂ ਦਿੰਦਾ ਹੀ ਆ ਜੀ ਖਾਣ ਨੂੰ। ਤੇ ਮੈਂ ਕੰਮ ਕਰਦਾ ਜੀ, ਕੰਮ ਮੈਂ ਜਿੱਦਾਂ ਪਲੰਬਰ ਦੇ ਨਾਲ ਲੱਗਾ ਜੀ, ਪਲੰਬਰ ਦੇ ਨਾਲ ਜਿੱਦਾਂ ਝਰੀਆਂ ਝੁਰੀਆਂ ਮਾਰਨੀਆਂ ਜਾਂ ਕੁਛ, ਉੱਥੋਂ 500-600 ਰੁਪਏ ਦਿਹਾੜੀ ਮੇਰੀ ਬਣ ਜਾਂਦੀ ਹੈ। ਵੈਸੇ ਇੱਥੇ ਇਹ ਦੇਖਣ ਵਾਲੀ ਗੱਲ ਹੈ ਕਿ ਇੱਕ ਸਮਾਂ ਸੀ ਜਦੋਂ ਇਹਨਾਂ ਕੋਲ 3-3 ਆਫਿਸ ਸੀਗੇ, ਅਖਾੜੇ ਲਾਉਂਦੇ ਸੀਗੇ, ਲਾਈਵ ਸ਼ੋਅ 'ਤੇ ਜਾਂਦੇ ਸੀਗੇ। ਕੁਲਦੀਪ ਮਾਨਕ ਸਾਹਿਬ ਵਰਗੇ ਆਰਟਿਸਟਾਂ ਨਾਲ ਜਿਹੜੇ ਉਹਨਾਂ ਦੀ ਮਿਕਸ ਐਲਬਮ ਹੁੰਦੀ ਸੀਗੀ, ਉਸ ਦੇ ਵਿੱਚ ਇਹਨਾਂ ਦਾ ਵੀ ਇੱਕ ਗੀਤ ਹੁੰਦਾ ਸੀਗਾ। ਪਰ ਅੱਜ ਇਹ ਹਾਲਾਤ ਹੈ ਕਿ ਇਹਨਾਂ ਨੂੰ ਦਿਹਾੜੀ ਕਰਨੀ ਪੈ ਰਹੀ ਹੈ। ਤਾਂ ਹੀ ਕਹਿੰਦੇ ਕਿ ਸਮਾਂ ਬੜਾ ਬਲਵਾਨ ਹੁੰਦਾ ਹੈ, ਅਤੇ ਸਮੇਂ ਤੋਂ ਵੱਧ ਕੇ ਕੋਈ ਚੀਜ਼ ਨਹੀਂ ਹੁੰਦੀ। ਸਮਾਂ ਤੁਹਾਨੂੰ ਹਰ ਇੱਕ ਚੀਜ਼ ਜਿਹੜਾ ਦਿਖਾਉਂਦਾ ਹੈ। ਅਤੇ ਹੁਣ ਬੱਚੇ ਜਿੱਦਾਂ ਤੁਹਾਡੇ 2 ਬੱਚੇ ਨੇ, ਹਾਂਜੀ, ਤੇ ਉਹ 2 ਬੱਚਿਆਂ ਨੂੰ ਤੁਸੀਂ ਚੰਗੀ ਤਰ੍ਹਾਂ ਪੜ੍ਹਾ ਪਾ ਰਹੇ ਹੋ? ਹਾਂਜੀ ਹਾਂਜੀ, ਮੈਂ ਜੀ ਮਤਲਬ ਜਿੰਨਾ ਹੁੰਦਾ ਆ, ਮਤਲਬ ਉਸ ਤੋਂ ਬਾਅਦ ਸਕੂਲ ਲੱਗੇ ਹੀ ਨਹੀਂ। ਪਹਿਲਾਂ ਇਹਨਾਂ ਨੂੰ ਵਿਚਾਰਿਆਂ ਨੂੰ ਮੈਂ ਪਾਇਆ ਗੌਰਮੈਂਟ ਸਕੂਲ ਪੜ੍ਹਦੇ ਜੀ। ਉਸ ਤੋਂ ਬਾਅਦ ਮੇਰੇ ਹਾਲਾਤ ਜਦੋਂ ਥੋੜ੍ਹੇ ਸੁਧਰੇ, ਅਤੇ ਮੈਂ ਸੋਚਿਆ ਵੀ ਮੈਂ ਇਹਨਾਂ ਨੂੰ ਮਤਲਬ ਕੌਨਵੈਂਟ ਸਕੂਲ 'ਚ ਪਾਵਾਂ। ਅਤੇ ਜਦੋਂ ਮੈਂ ਉੱਥੇ ਜਾ ਕੇ ਪੁੱਛਿਆ, ਤਾਂ ਉਹ ਕਹਿੰਦੇ ਅਸੀਂ ਨਰਸਰੀ ਤੋਂ ਬੱਚਾ ਲੈਂਦੇ ਹਾਂ। ਅਤੇ ਹੁਣ ਤਾਂ ਕੋਈ ਇਹਨਾਂ ਦੇ ਵਿਚਾਰਿਆਂ ਦੀ ਪੜ੍ਹਾਈ 'ਚ ਵੀ ਕੋਈ ਕਮੀ ਨਹੀਂ, ਨਾਲ ਟਿਊਸ਼ਨਾਂ ਰਖਾਈਆਂ ਸੀਗੀਆਂ ਜੀ ਇਹਨਾਂ ਦੀਆਂ, ਅਤੇ ਹੁਣ ਸਕੂਲ ਵੀ ਇਹਨਾਂ ਦੇ ਬੰਦ ਹੈ। ਅੱਗੇ ਕੀ ਸੋਚਿਆ ਹੈ? ਕਿਉਂਕਿ ਕਹਿੰਦੇ ਕਿ ਗਾਇਕੀ ਦੇ ਵਿੱਚ ਵੀ ਇੱਕ ਉਮਰ ਵੀ ਹੁੰਦੀ ਹੈ ਕਿ ਜਦੋਂ ਅਸੀਂ ਗਾਉਣਾ ਹੈ, ਅਤੇ ਇੱਕ ਯੰਗ ਜਿਹੜੇ ਲੋਕ ਹੈ ਜਾਂ ਅੱਜ ਕੱਲ੍ਹ ਦੇ ਯੰਗ ਸਿੰਗਰਸ ਹੈ, ਉਹਨਾਂ ਨੂੰ ਜ਼ਿਆਦਾ ਲੋਕ ਸੁਣਦੇ ਆ। ਸੋ ਤੁਹਾਨੂੰ ਲੱਗਦਾ ਕਿ ਹੁਣ ਤੁਸੀਂ ਜਦੋਂ ਦੁਬਾਰਾ ਸ਼ੁਰੂਆਤ ਕਰੋਗੇ, ਲੋਕ ਐਕਸੈਪਟ ਕਰਨਗੇ? ਹਾਂਜੀ ਮੈਡਮ, ਆਪਣੇ ਆਪ 'ਤੇ ਪੂਰਾ ਕੌਨਫੀਡੈਂਸ ਤਾਂ ਹੈ ਜੀ, ਬਈ ਮਿਹਨਤ ਕੀਤੀ ਆ, ਰਿਆਜ਼ ਕੀਤਾ ਆ। ਬਾਕੀ ਉਹਨਾਂ ਸਰੋਤਿਆਂ 'ਤੇ ਨਿਰਭਰ ਕਰਦਾ ਆ, ਉਹੀ ਮਤਲਬ ਉਹੀ ਰੱਬ ਆ ਸਾਡੇ ਲਈ। ਉਹ ਨਕਾਰ ਦੇਣ ਤਾਂ ਨਕਾਰ ਦੇਣ, ਅਤੇ ਜੇ ਉਹੀ ਚੁੱਕ ਲੈਣ ਤਾਂ ਚੁੱਕ ਲੈਣ ਜੀ। ਹੁਣ ਕਿਸੇ ਕੰਪਨੀ ਨਾਲ ਗੱਲ ਹੋਈ ਹੈ? ਨਹੀਂ ਅਜੇ ਫਿਲਹਾਲ ਮੈਡਮ ਕੋਈ ਨਹੀਂ, ਕੋਈ ਰਿਸਪੌਂਸ ਨਹੀਂ ਅਜੇ। ਕੋਈ ਰਿਸਪੌਂਸ ਨਹੀਂ ਹੈ ਕਿ ਤੁਸੀਂ ਗੱਲ ਨਹੀਂ ਕੀਤੀ? ਮੈਂ ਗੱਲ ਹੀ ਨਹੀਂ ਕੀਤੀ, ਮਤਲਬ ਕਿਸੇ ਦੇ ਨਾਲ ਗੱਲ ਮੈਂ ਕੀਤੀ ਨਹੀਂ ਜੀ ਅਜੇ, ਕਿਸੇ ਦੇ ਨਾਲ ਗੱਲ ਨਹੀਂ ਕੀਤੀ। ਫਿਰ ਕਿਸ ਤਰ੍ਹਾਂ ਗਾਣੇ ਕੱਢੋਗੇ ਆਪਣੇ, ਕਿਸ ਤਰ੍ਹਾਂ ਗਾਣੇ ਰਿਲੀਜ਼ ਕਰੋਗੇ? ਮੈਂ ਇਹੀ ਸੋਚਦਾ ਵੀ ਸ਼ਾਇਦ ਇਹ ਇੱਧਰੋਂ ਹੁਣ ਸੁਣਦੇ ਆ, ਕੰਪਨੀਆਂ ਵਾਲੇ ਵੀ ਸੁਣਦੇ ਹੀ ਆ, ਕਈ ਉਹ ਬੰਦੇ ਨੂੰ ਮਤਲਬ ਜਿੱਦਾਂ ਚੁੱਕ ਲੈਂਦੇ, ਹਾਈਲਾਈਟ ਕਰ ਲੈਂਦੇ ਆ। ਮੈਂ ਤਾਂ ਇਸ ਮਤਲਬ ਉਮੀਦ ਦੇ ਉੱਤੇ ਬੈਠਾ ਵੀ ਚਲੋ ਸ਼ਾਇਦ ਕੋਈ ਮਤਲਬ ਬਾਂਹ ਫੜਨ ਵਾਲਾ ਮੈਨੂੰ ਮਿਲ ਜਾਵੇ। ਸੋ ਗੁਰਪ੍ਰੀਤ ਰਿੰਪੀ ਦੀ ਤੁਸੀਂ ਕਹਾਣੀ ਸੁਣੀ ਹੈ, ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੀ ਕੀ ਹੋਇਆ। ਇੱਕ ਸਮਾਂ ਸੀ 2001 ਤੋਂ ਲੈ ਕੇ 2003 ਦੇ ਵਿੱਚ, ਉਹਨਾਂ ਨੇ ਅੱਛੇ ਗੀਤ ਗਾਏ ਹੈ, ਅੱਛੇ ਰਾਈਟਰਸ ਦੇ ਗੀਤ ਗਾਏ ਹੈ, ਅੱਛੇ ਆਰਟਿਸਟ ਦੇ ਨਾਲ ਸ਼ੋਅ ਵੀ ਜਿਹੜੇ ਹੈ ਕੀਤੇ, ਸਟੇਜ ਸਾਂਝੇ ਕੀਤੇ ਹੈ। ਪਰ ਅੱਜ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਗੁਰਪ੍ਰੀਤ ਰਿੰਪੀ ਦੇ ਕੀ ਹੈ। ਗੁਰਪ੍ਰੀਤ, ਇਹ ਵੀ ਜ਼ਰੂਰ ਜਾਣਨਾ ਚਾਹਾਂਗੀ, ਕਦੀ ਕੁਲਦੀਪ ਮਾਨਕ ਸਾਹਿਬ ਉਹਨਾਂ ਨਾਲ ਗੱਲਬਾਤ ਮਿਲੇ ਤੁਸੀਂ ਕਦੀ ਉਹਨਾਂ ਨੂੰ? ਹਾਂਜੀ, ਮੈਂ ਬਹੁਤ ਵਾਰੀ ਮਿਲਿਆ ਜੀ ਉਹਨਾਂ ਨੂੰ, ਮੇਲਿਆਂ 'ਚ ਮਿਲਿਆ ਆ। ਜਿੱਦਾਂ ਪਹਿਲਾਂ ਮੇਲੇ ਹੁੰਦੇ ਸੀਗੇ ਸੱਭਿਆਚਾਰਕ, ਉੱਥੇ ਕਾਫੀ ਸਿੰਗਰਾਂ ਨਾਲ ਮਨਮੋਹਨ ਵਾਸ ਹੋਣੀ, ਸਾਰੇ ਜਿੱਦਾਂ ਸਿੰਗਰ ਆਉਂਦੇ ਸੀਗੇ, ਅਤੇ ਉੱਥੇ ਮੇਰਾ ਵੀ ਨਾਂ ਹੁੰਦਾ ਸੀਗਾ, ਮੈਂ ਵੀ ਜਾਂਦਾ ਸੀਗਾ। ਅਤੇ ਬਤੌਰ ਮਤਲਬ ਦਫ਼ਤਰ ਦੇ ਵਿੱਚ ਆਣ ਕੇ ਬੁਕਿੰਗ ਕਰਕੇ ਮੈਨੂੰ ਲੈ ਕੇ ਜਾਂਦੇ ਸੀਗੇ। ਉਹਨਾਂ ਨਾਲ ਕਦੀ ਮੁਲਾਕਾਤ ਹੋਈ? ਕਦੀ ਉਹਨਾਂ ਨਾਲ? ਕਦੀ ਮਾਨਕ ਹੋਣਾ ਨਾਲ ਬਹੁਤ ਵਾਰੀ ਹੋਈ ਜੀ। ਉਹ ਬੜੇ ਵਧੀਆ ਸੁਭਾਅ ਦੇ ਸੀਗੇ, ਅਤੇ ਬਹੁਤ ਵਧੀਆ ਗਾਉਂਦੇ ਸੀਗੇ, ਬਹੁਤ ਵਧੀਆ ਸੀਗੇ ਉਹ। ਤੁਸੀਂ ਕਦੀ ਆਪਣਾ ਗਾਣਾ ਸੁਣਾਇਆ ਸੀ ਉਹਨਾਂ ਨੂੰ? ਹਾਂਜੀ, ਮੈਂ ਮੇਲਿਆਂ ਦੇ ਵਿੱਚ ਉਹ ਬੈਠੇ ਹੁੰਦੇ, ਜਿਹਦਾ ਅੱਗੇ ਪਿੱਛੇ ਟਾਈਮ ਵੀ ਹੁੰਦਾ ਸੀਗਾ, ਉਹ ਸੁਣਦੇ ਹੁੰਦੇ ਸੀਗੇ, ਅਤੇ ਉਹ ਕਾਫੀ ਤਾਰੀਫ ਕਰਦੇ ਹੁੰਦੇ ਸੀ। ਸਟੇਜ ਦੇ ਉੱਤੇ ਮੈਂ ਕਾਫੀ ਮਤਲਬ ਚੜ੍ਹ ਕੇ ਗਾਉਂਦਾ ਹੁੰਦਾ ਸੀਗਾ, ਅਤੇ ਉਹ ਕਾਫੀ ਤਾਰੀਫ ਕਰਦੇ ਸੀਗੇ। ਉਹਨਾਂ ਉਸ ਸਮੇਂ ਦੇ ਵਿੱਚ, ਉਹਨਾਂ ਮੇਲਿਆਂ ਦੇ ਦੌਰਾਨ ਜਿਹੜਾ ਤੁਸੀਂ ਕੋਈ ਗਾਣਾ ਇੱਕ ਗਾਉਂਦੇ ਹੋ, ਸਾਨੂੰ ਇਸ ਵੇਲੇ ਸੁਣਾ ਸਕੋ? ਉਸ ਵੇਲੇ ਜੇ ਮੇਲਿਆਂ ਦੇ ਵਿੱਚ ਜਿਹੜਾ ਜੀ, ਜਾਂ ਕੋਈ ਵੀ ਤੇ ਗੀਤ ਜਿਹੜਾ ਗਾਣਾ ਚਾਹੋ। ਚਲੋ ਠੀਕ।
ਮੈਂ ਤੁਹਾਨੂੰ ਆਪਣੇ ਪਸੰਦ ਦਾ ਮੇਲਿਆਂ ਦੇ ਵਿੱਚ ਤਾਂ ਫਿਰ ਉਹ ਫੋਕ ਆ ਜਾਂਦਾ ਨਾ, ਭੰਗੜੇ ਵਾਲਾ ਆ ਜਾਂਦਾ, ਉਹ ਇੰਨਾ ਮਤਲਬ ਜੇ ਕਹੋ ਤਾਂ ਉਹ ਸੁਣਾ ਦਿੰਦਾ ਜੀ। ਜੋ ਤੁਹਾਡਾ ਦਿਲ ਕਰੇ ਤੁਸੀਂ ਉਹ ਸੁਣਾ। ਸਾਨੂੰ ਸਮਝ ਬੇਗਾਨੇ ਗੈਰ ਸੀਨੇ ਨਾਲ ਲਾਏ, ਬਸ ਤੋਮਤਾਂ ਦੇ ਤਾਜ ਸਾਡੇ ਹਿੱਸੇ ਵਿੱਚ ਆਏ। ਸਾਨੂੰ ਸਮਝ ਬੇਗਾਨੇ ਗੈਰ ਸੀਨੇ ਨਾਲ ਲਾਏ, ਬਸ ਤੋਮਤਾਂ ਦੇ ਤਾਜ ਸਾਡੇ ਹਿੱਸੇ ਵਿੱਚ ਆਏ। ਫੁੱਲ ਟੁੱਟਿਆ ਜਿਵੇਂ ਹੈ ਸੁੱਕ ਜਾਂਦਾ, ਵਿਛੋੜੇ ਵਿੱਚ ਸੁੱਕ ਜਾਵਾਂਗੇ। ਅਸੀਂ ਮਹਿਫਿਲ 'ਚ ਪਈ ਹੋਈ ਸ਼ਰਾਬ ਵਾਂਗੂ ਹੌਲੀ ਹੌਲੀ ਮੁੱਕ ਜਾਵਾਂਗੇ ਨੀ। ਅਸੀਂ ਮਹਿਫਿਲ 'ਚ ਪਈ ਹੋਈ ਸ਼ਰਾਬ ਵਾਂਗੂ ਹੌਲੀ ਹੌਲੀ ਮੁੱਕ ਜਾਵਾਂਗੇ। ਸਾਥੋਂ ਆਪਣੀਆਂ ਨਜ਼ਰਾਂ ਚੋਂ ਗਿਰਿਆ ਨਾ ਜਾਵੇ, ਧੋਖੇ ਬਾਜਣੇ ਤੂੰ ਨਿਤ ਨਵੇਂ ਜਸ਼ਨ ਮਨਾਵੇਂ। ਸਾਥੋਂ ਆਪਣੀਆਂ ਨਜ਼ਰਾਂ ਤੋਂ ਗਿਰਿਆ ਨਾ ਜਾਵੇ, ਧੋਖੇ ਬਾਜਣੇ ਤੂੰ ਨਿਤ ਨਵੇਂ ਜਸ਼ਨ ਮਨਾਵੇਂ। ਤੇਰੇ ਨਾਲ ਗੱਲਾਂ ਦਿਲ ਦੀਆਂ ਕਰਦੇ ਸੀ ਹੋ, ਹੁਣ ਚੁੱਪ ਜਾਵਾਂਗੇ। ਅਸੀਂ ਮਹਿਫਿਲ 'ਚ ਪਈ ਹੋਈ ਸ਼ਰਾਬ ਵਾਂਗੂ ਹੌਲੀ ਹੌਲੀ ਮੁੱਕ ਜਾਵਾਂਗੇ ਨੀ। ਅਸੀਂ ਮਹਿਫਿਲ 'ਚ ਪਈ ਹੋਈ ਸ਼ਰਾਬ ਵਾਂਗੂ ਹੌਲੀ ਹੌਲੀ ਮੁੱਕ ਜਾਵਾਂਗੇ। ਹੌਲੀ ਹੌਲੀ ਮੁੱਕ ਜਾਵਾਂਗੇ, ਹੌਲੀ ਹੌਲੀ ਮੁੱਕ ਜਾਵਾਂਗੇ ਨੀ। ਮਨਮੋਹਨ ਬਾਰੇ ਸੁਣਾ ਤਾਂ ਤੁਸੀਂ ਜ਼ਿਕਰ ਕੀਤਾ ਕਿ ਉਹਨਾਂ ਨਾਲ ਵੀ ਸਟੇਜ ਸਾਂਝੀ ਕੀਤੀ ਹੋਈ ਹੈ। ਉਹ ਇੱਕ ਸਟੇਜ ਤੇ ਤੁਸੀਂ ਗਾਇਆ, ਜਿੱਥੇ ਉਹ ਗਾਉਂਦੇ ਸੀ ਉੱਥੇ ਵੀ ਗਾਇਆ ਹੋਇਆ। ਕਦੀ ਉਹਨਾਂ ਨਾਲ ਗੱਲਬਾਤ ਹੋਈ, ਉਹਨਾਂ ਨਾਲ ਮੁਲਾਕਾਤ ਹੋਈ ਦੁਬਾਰਾ? ਹਾਂਜੀ, ਉਹਨਾਂ ਦੇ ਨਾਲ ਜੀ ਗੱਲਬਾਤ, ਉਹਨਾਂ ਦੇ ਨਾਲ ਤੇ ਕਾਫੀ ਮੈਂ ਫੰਕਸ਼ਨਾਂ ਤੇ ਵੀ ਜਾਂਦਾ ਰਿਹਾ। ਉਹ ਸਾਡੇ ਮਤਲਬ ਵੱਡੇ ਗੁਰ ਭਾਈ ਆ, ਮਤਲਬ ਉਸਤਾਦ ਜਸਵੰਤ ਭੌਰਾ ਸਾਹਿਬ ਕੋਲ ਸਿੱਖੇ ਜੀ। ਹਾਂਜੀ, ਤੇ ਮੈਂ ਵੀ ਉਹਨਾਂ ਕੋਲ ਕਾਫੀ ਚਿਰ 4 ਸਾਲ ਰਿਹਾ ਜੀ ਭੌਰਾ ਸਾਹਿਬ ਕੋਲ। ਤੇ ਉਹਨਾਂ ਨਾਲ ਤੇ ਜਿੱਦਾਂ ਕਾਫੀ ਗੱਲਬਾਤ, ਘਰ ਵੀ ਮੈਂ ਬੜੀ ਵਾਰੀ ਗਿਆ ਜੀ ਉਹਨਾਂ ਦੇ, ਵਾਰਸ ਹੋਣਾ ਦੇ, ਕਮਲ ਹੀਰ ਹੋਣਾ ਦੇ, ਸੰਗਤਾਰ ਭਾਜੀ। ਹਾਂਜੀ। ਸੋ ਗੁਰਪ੍ਰੀਤ, ਅਸੀਂ ਤਾਂ ਇਹੀ ਕਵਾਂਗੇ ਕਿ ਜੋ ਤੁਸੀਂ ਉਮੀਦ ਲੈ ਕੇ ਦੁਬਾਰਾ ਕੋਸ਼ਿਸ਼ ਕਰ ਰਹੇ ਹੋ ਆਪਣਾ ਗਾਇਕੀ ਦਾ ਸਫ਼ਰ ਦੁਬਾਰਾ ਸ਼ੁਰੂ ਕਰਨ ਦੇ ਲਈ, ਅਸੀਂ ਚਾਹਾਂਗੇ ਕਿ ਉਹਦੇ ਵਿੱਚ ਤੁਸੀਂ ਸਫਲ ਹੋਵੋ, ਲੋਕ ਤੁਹਾਨੂੰ ਸੁਣਨ ਤੇ ਤੁਹਾਡੀ ਗਾਇਕੀ ਨੂੰ ਪਸੰਦ ਵੀ ਕਰਨ। ਜਾਂਦੇ ਸਾਡੇ ਵਿਊਅਰਸ ਨੂੰ ਕੁਝ ਕਹਿਣਾ ਚਾਹੋਗੇ ਤੁਸੀਂ? ਮੈਂ ਜੀ ਇਹੀ ਕਹਿਣਾ ਚਾਹੂੰਗਾ ਜੀ, ਬਈ ਜਿਹੜੇ ਸਰੋਤੇ ਆ ਜੀ ਉਹ ਰੱਬ ਦਾ ਰੂਪ ਆ। ਇਹੀ ਚੱਕਣ ਵਾਲੇ ਤੇ ਇਹੀ ਡਿੱਗਣ ਵਾਲੇ ਜੀ, ਤੇ ਵੱਧ ਤੋਂ ਵੱਧ ਲਾਈਕ ਕਰਨ ਜੀ, ਬਸ ਜੀ ਇਹੀ ਆ। ਸੋ ਇਸ ਇਨਸਾਨ ਨਾਲ ਗੁਰਪ੍ਰੀਤ ਰਿੰਪੀ ਔਰ ਸਾਰੀ ਗੱਲਬਾਤ ਤੁਸੀਂ ਸੁਣੀ ਹੈ। ਔਰ ਜੇਕਰ ਹੋ ਸਕੇ, ਜੇ ਤੁਹਾਨੂੰ ਇਹ ਗਾਣਾ, ਜੋ ਉਹਨਾਂ ਨੇ ਗਾਣੇ ਇੱਥੇ ਗਾਏ, ਜੋ ਇੰਟਰਵਿਊ ਹੈ ਤੁਹਾਨੂੰ ਪਸੰਦ ਆਈ ਹੋਵੇ, ਸਾਨੂੰ ਕਮੈਂਟ ਵਿੱਚ ਜ਼ਰੂਰ ਦੱਸੋ ਔਰ ਜ਼ਰੂਰ ਇਹਨਾਂ ਦੀ ਮਦਦ ਕਰਨ ਦੀ ਵੀ ਕੋਸ਼ਿਸ਼ ਕਰਿਓ। ਮਿਲਦੇ ਅਗਲੀ ਵਾਰ, ਉਦੋਂ ਤੱਕ ਮੈਨੂੰ ਯਾਨੀ ਕਿ ਨੇਹਾ ਮਨਹਾਸ, ਤੁਸੀਂ ਦਵੋ ਇਜਾਜ਼ਤ। ਸਤਿ ਸ਼੍ਰੀ ਅਕਾਲ।